हेलो एवरीवन, सत श्री अकाल साਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 11ਵੀਂ ਕਲਾਸ ਦੀ ਇੰਗਲਿਸ਼ ਦੀ ਬੁੱਕ ਤੇ ਉਹਦਾ ਪਹਿਲਾ ਚੈਪਟਰ ਜੈਂਡਰ ਬਾਇਸ ਬਾਈ ਸੁਧਾ ਮੂਰਤੀ ਤੇ ਅੱਜ ਡਿਸਕਸ ਕਰਾਂਗੇ ਇਸ ਚੈਪਟਰ ਦੇ ਬੈਕ ਐਕਸਰਸਾਈਜ਼ ਕੁਐਸਚਨ ਆਨਸਰਸ। ਤਾਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਸ਼ਾਰਟ ਆਨਸਰ ਟਾਈਪ ਕੁਐਸਚਨਸ ਤੋਂ, ਜਿਹਦੇ ਵਿੱਚ ਪਹਿਲਾ ਕੁਐਸਚਨ ਹੈਗਾ What course was the author pursuing at Indian Institute of Science, Bangalore? ਲੇਖਕ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਬੈਂਗਲੌਰ ਤੋਂ ਕਿਹੜਾ ਕੋਰਸ ਕਰ ਰਹੀ ਸੀ? ਸੁਧਾ ਮੂਰਤੀ, the author of this chapter, was very bright at studies. She was pursuing her M.Tech course at the Indian Institute of Science in Bangalore. At that time, this institute was known as Tata Institute. She was the only girl in her postgraduate department. ਤੇ ਇੱਥੇ ਦੇਖਿਆ ਵੀ ਇਸ ਚੈਪਟਰ ਦੇ ਜਿਹੜੇ ਲੇਖਕ ਹੈਗੇ ਨੇ ਸੁਧਾ ਮੂਰਤੀ ਜੀ, ਉਹ ਪੜ੍ਹਾਈ ਲਿਖਾਈ ਦੇ ਵਿੱਚ ਬਹੁਤ ਹੁਸ਼ਿਆਰ ਸੀ ਤੇ ਉਹ ਕਰ ਰਹੇ ਸੀ M.Tech ਇੰਡੀਅਨ ਇੰਸਟੀਚਿਊਟ ਆਫ ਸਾਇੰਸ ਬੈਂਗਲੌਰ ਚੋਂ। ਤੇ ਉਸ ਟਾਈਮ ਤੇ ਸੰਸਥਾ ਦਾ ਨਾਂ ਸੀ ਟਾਟਾ ਇੰਸਟੀਚਿਊਟ ਤੇ ਉਹ ਕੱਲੀ ਕੁੜੀ ਸੀ ਉਸ ਕੋਰਸ ਦੇ ਵਿੱਚ, ਪੋਸਟ ਗ੍ਰੈਜੂਏਟ ਡਿਪਾਰਟਮੈਂਟ ਦੇ ਵਿੱਚ। ਦੂਜਾ ਸਵਾਲ, where did the author want to complete a doctorate in computer science? computer science ਦੇ ਵਿੱਚ ਜਿਹੜੀ ਡਾਕਟਰੇਟ ਹੈਗੀ ਆ ਅੱਗੇ ਪੜ੍ਹਾਈ, ਉਹ ਕਿੱਥੋਂ ਪੂਰਾ ਕਰਨੀ ਚਾਹੁੰਦੇ ਸੀ? The author was pursuing her M.Tech course at the Indian Institute of Science in Bangalore. She was doing there her master's course in computer science. She also wanted to do doctorate in it, and she wanted to go abroad to complete her doctorate in computer science. ਤੇ ਉਹ ਕਹਿੰਦੇ ਵੀ ਖਾਸ ਕਰਕੇ ਯੂਐਸ ਜਾਣਾ ਚਾਹੁੰਦੇ ਸੀ। ਆਪਾਂ ਇਹ ਕਹਿ ਸਕਦੇ ਹਾਂ ਵੀ ਲੇਖਕ ਆਪਣੀ ਜਿਹੜੀ M.Tech ਹੈਗੀ ਹੈ ਪੜ੍ਹਾਈ, ਉਹ ਕਰ ਰਹੇ ਸੀ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਬੈਂਗਲੌਰ ਤੋਂ ਤੇ ਉੱਥੇ ਉਹ ਮਾਸਟਰਸ ਕਰ ਰਹੇ ਸੀ ਇੱਕ ਤਰੀਕੇ ਨਾਲ। ਮਤਲਬ ਡਿਗਰੀ ਤੋਂ ਬਾਅਦ ਜਿਹੜੀ M.Tech ਕਰ ਰਹੇ, M.Tech ਨੂੰ ਆਪਾਂ ਕਹਿ ਸਕਦੇ ਹਾਂ ਵੀ ਉਹ ਮਾਸਟਰਸ ਡਿਗਰੀ ਹੈ, ਠੀਕ ਹੈ। ਤੇ ਉਸ ਤੋਂ ਬਾਅਦ ਉਹ ਅੱਗੇ ਪੜ੍ਹਾਈ ਕਰਨ ਦੇ ਲਈ ਅਬਰੋਡ ਯਾਨੀ ਬਾਹਰ ਜਾਣਾ ਚਾਹੁੰਦੇ ਸੀ ਉਸੇ ਵਿਸ਼ੇ ਵਿੱਚ ਅੱਗੇ ਪੜ੍ਹਾਈ ਕਰਨ ਲਈ। ਅੱਗੇ ਤੀਜਾ ਸਵਾਲ, What advertisement did the author see on the notice board? ਲੇਖਕ ਨੇ ਨੋਟਿਸ ਬੋਰਡ ਤੇ ਕਿਹੜਾ ਇਸ਼ਤਿਹਾਰ ਦੇਖਿਆ? It was in 1974 when the author was pursuing her M.Tech course at the Indian Institute of Science in Bangalore. She was then in the final year. One day she saw an advertisement on the notice board. It was a standard job requirement notice from the famous automobile company Telco, now called Tata Motors. तो कहते 1974 ਦੀ ਗੱਲ ਹੈ ਜਦੋਂ ਲੇਖਕ ਆਪਣੀ M.Tech ਕਰ ਰਹੇ ਸੀ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਬੈਂਗਲੌਰ ਤੋਂ ਤੇ ਉਹ ਆਪਣੇ ਫਾਈਨਲ ਆਖਰੀ ਸਾਲ ਦੇ ਵਿੱਚ ਸੀ ਪੜ੍ਹਾਈ ਦੇ। ਤੇ ਇੱਕ ਦਿਨ ਉਹਨਾਂ ਨੇ ਨੋਟਿਸ ਬੋਰਡ ਤੇ ਇੱਕ ਇਸ਼ਤਿਹਾਰ ਦੇਖਿਆ ਤੇ ਇਹ ਇੱਕ ਆਮ ਜਿਵੇਂ ਨੌਕਰੀ ਨਿਕਲਦੀ ਹੈ ਕਾਲਜਿਸ 'ਚ ਪੜਿਆ ਹੁੰਦਾ ਇਸ਼ਤਿਹਾਰ, ਉਹੋ ਜਿਹਾ ਇਸ਼ਤਿਹਾਰ ਸੀ ਇੱਕ ਮਸ਼ਹੂਰ ਆਟੋਮੋਬਾਈਲ ਕੰਪਨੀ ਤੋਂ, ਟੈਲਕੋ ਜੀ ਦਾ ਨਾਂ ਸੀ, ਹੁਣ ਉਹਨੂੰ ਟਾਟਾ ਮੋਟਰਸ ਕਹਿੰਦੇ। ਚੌਥਾ ਸਵਾਲ, what was it in the advertisement that made the author very upset? ਉਸ ਇਸ਼ਤਿਹਾਰ ਵਿੱਚ ਅਜਿਹਾ ਕੀ ਸੀ ਜਿਸਨੇ ਲੇਖਕ ਨੂੰ ਬਹੁਤ ਗੁੱਸਾ ਦਿਵਾਇਆ, ਪਰੇਸ਼ਾਨ ਕੀਤਾ? The advertisement was a standard job requirement notice from the famous automobile company Telco, now called Tata Motors. The author became very upset, या तुसी ये भी कह सकते हो angry, when she read a line in the advertisement. It said, lady candidates need not apply. ਤੇ ਉਹ ਕਹਿੰਦੇ ਵੀ ਇਸ਼ਤਿਹਾਰ ਜਿਹੜਾ ਸੀ ਉਹ ਇੱਕ ਮਸ਼ਹੂਰ ਕੰਪਨੀ ਤੋਂ ਸੀ, ਆਟੋਮੋਬਾਈਲ ਕੰਪਨੀ ਤੋਂ, ਗੱਡੀਆਂ ਦੀ ਕੰਪਨੀ ਤੋਂ, ਜਿਹਦਾ ਨਾਂ ਟੈਲਕੋ ਹੈ, ਹੁਣ ਉਹਨੂੰ ਟਾਟਾ ਮੋਟਰਸ ਕਹਿੰਦੇ ਆ। ਤੇ ਲੇਖਕ ਉਸ ਇਸ਼ਤਿਹਾਰ ਦੇ ਵਿੱਚ ਇੱਕ ਲਾਈਨ ਪੜ੍ਹ ਕੇ ਬੜੀ ਦੁਖੀ ਹੋਈ, ਪਰੇਸ਼ਾਨ ਹੋਈ, ਜਿਹਦੇ 'ਚ ਇਹ ਲਿਖਿਆ ਸੀ ਕਿ ਸਿਰਫ ਮੁੰਡੇ ਇਸ ਇਸ਼ਤਿਹਾਰ ਦੇ ਲਈ, ਇਸ ਜੌਬ ਦੇ ਲਈ ਅਪਲਾਈ ਕਰ ਸਕਦੇ ਨੇ, ਕੁੜੀਆਂ ਇਸ ਨੌਕਰੀ ਲਈ ਉਮੀਦਵਾਰ ਨਹੀਂ ਬਣ ਸਕਦੀਆਂ। ਪੰਜਵਾਂ ਸਵਾਲ, why did she write a postcard to Telco? ਉਹਨਾਂ ਨੇ ਟੈਲਕੋ ਨੂੰ ਇੱਕ ਪੋਸਟਕਾਰਡ ਕਿਉਂ ਲਿਖਿਆ? The famous automobile company Telco had given an advertisement about a standard job requirement. In it, lady candidates were asked not to apply. Sudha became upset when she read it. She wrote a postcard to Telco to express her displeasure at the discrimination against women shown by Telco. ਤੇ ਉਹ ਜਿਹੜਾ ਪੋਸਟਕਾਰਡ ਸੀ ਉਹ ਇਸ ਕਰਕੇ ਸੀ ਕਿਉਂਕਿ ਇੱਕ ਬਹੁਤ ਮਸ਼ਹੂਰ ਆਟੋਮੋਬਾਈਲ ਕੰਪਨੀ ਟੈਲਕੋ ਨੇ ਇੱਕ ਇਸ਼ਤਿਹਾਰ ਦਿੱਤਾ ਸੀ ਇੱਕ ਜੌਬ ਦੇ ਲਈ
ਜਿਹਦੇ ਵਿੱਚ ਇਹ ਲਿਖਿਆ ਸੀ ਵੀ ਕੁੜੀਆਂ ਉਮੀਦਵਾਰ ਨਹੀਂ ਹੋ ਸਕਦੀਆਂ, ਕੁੜੀਆਂ ਨਹੀਂ ਅਪਲਾਈ ਕਰ ਸਕਦੀਆਂ। ਇਹ ਦੇਖ ਕੇ ਸੁਧਾ ਜੀ ਨੂੰ ਬਹੁਤ ਗੁੱਸਾ ਆਇਆ ਸੀ ਤੇ ਉਹਨਾਂ ਨੇ ਚਿੱਠੀ ਪੋਸਟਕਾਰਡ ਟੈਲਕੋ ਨੂੰ ਇਹ ਲਿਖ ਕੇ ਦਰਸਾਉਣਾ ਸੀ ਵੀ ਉਹ ਬਹੁਤ ਨਾਖੁਸ਼ ਹੈਗੇ ਨੇ ਇਹ ਜੇ ਭੇਦਭਾਵ ਤੋਂ ਜੋ ਕੁੜੀਆਂ ਦੇ ਅਗੇਂਸਟ ਕੀਤਾ ਜਾ ਰਿਹਾ ਟੈਲਕੋ ਦੁਆਰਾ। 6ਵਾਂ ਪ੍ਰਸ਼ਨ, what telegram did the author receive from telco? telco ਤੋਂ ਉਹਨਾਂ ਨੂੰ ਕੀ ਟੈਲੀਗ੍ਰਾਮ ਆਇਆ? The author had written a postcard to the automobile company telco to express her displeasure at the discrimination against women shown by them. In its reply, she got a telegram from telco. She was called to appear for an interview at telco's Pune office at the company's expense. ਤੇ ਉਹਨਾਂ ਨੇ ਇੱਕ ਪੋਸਟਕਾਰਡ, ਇੱਕ ਚਿੱਠੀ ਲਿਖੀ ਸੀ ਆਟੋਮੋਬਾਈਲ ਕੰਪਨੀ ਟੈਲਕੋ ਨੂੰ, ਇਹ ਦਰਸਾਉਂਦੇ ਹੋਏ ਕਿ ਉਹ ਕਿੰਨੇ ਨਾਖੁਸ਼ ਹੈਗੇ ਨੇ ਕੁੜੀ ਮੁੰਡੇ ਵਿੱਚ ਜਿਹੜਾ ਭੇਦਭਾਵ ਕੰਪਨੀ ਕਰ ਰਹੀ ਹੈ ਜੌਬ ਦੇਣ ਦੇ ਲਈ। ਤੇ ਰਿਪਲਾਈ ਵਜੋਂ ਉਹਨਾਂ ਨੂੰ ਇੱਕ ਟੈਲੀਗ੍ਰਾਮ ਆਇਆ ਸੀ ਟੈਲਕੋ ਤੇ, ਜਿਹਦੇ 'ਚ ਲਿਖਿਆ ਸੀ ਵੀ ਉਹਨਾਂ ਨੂੰ ਇੰਟਰਵਿਊ ਲਈ ਬੁਲਾਇਆ ਗਿਆ ਹੈ ਟੈਲਕੋ ਦੇ ਪੂਨੇ ਆਫਿਸ ਦੇ ਵਿੱਚ, ਕੰਪਨੀ ਖਰਚਾ ਚੱਕੇਗੀ ਉਹਨਾਂ ਦੇ ਆਉਣ ਜਾਣ। 7ਵਾਂ ਪ੍ਰਸ਼ਨ, why did author's hostel mates want her to go to Pune for the interview? ਜਿਹੜੇ ਲੇਖਕ ਹੈਗੇ ਨੇ ਉਹਨਾਂ ਦੇ ਹੌਸਟਲ ਵਾਲੇ ਕਿਉਂ ਚਾਹੁੰਦੇ ਸੀ ਵੀ ਉਹ ਇੰਟਰਵਿਊ ਲਈ ਜਾਣ ਪੂਨੇ? The author had received a telegram from the famous automobile company Telco. She was called to appear for an interview at Telco's Pune office at company's expense. So her hostel mates wanted her to use the opportunity to go to Pune free of cost and buy them the famous Pune sarees for cheap. ਤਾਂ ਹੁਣ ਹੋਇਆ ਇਹ ਸੀ ਵੀ ਲੇਖਕ ਨੂੰ ਇੱਕ ਟੈਲੀਗ੍ਰਾਮ ਆਇਆ ਸੀ ਬਹੁਤ ਮਸ਼ਹੂਰ ਆਟੋਮੋਬਾਈਲ ਕੰਪਨੀ ਟੈਲਕੋ ਤੋਂ ਕਿ ਜਿੱਥੇ ਉਹਨਾਂ ਨੂੰ ਇੱਕ ਇੰਟਰਵਿਊ ਲਈ ਬੁਲਾਇਆ ਗਿਆ ਸੀ ਟੈਲਕੋ ਦੇ ਪੂਨੇ ਦੇ ਆਫਿਸ ਦੇ ਵਿੱਚ, ਕੰਪਨੀ ਖਰਚਾ ਚੁੱਕੇਗੀ ਉਹਨਾਂ ਦੇ ਆਉਣ ਜਾਣ ਦਾ। ਇਹ ਦੇਖ ਕੇ ਉਹਨਾਂ ਦੇ ਹੌਸਟਲ ਵਾਲਿਆਂ ਨੂੰ ਲੱਗਿਆ ਵੀ ਹਾਂ ਉਹਨਾਂ ਨੂੰ ਇਹ ਮੌਕੇ ਦਾ ਫਾਇਦਾ ਚੱਕਣਾ ਚਾਹੀਦਾ ਤੇ ਇਹ ਇੱਕ ਮੌਕਾ ਹੈਗਾ ਉਹਦੇ ਲਈ ਪੂਨੇ ਜਾਣ ਲਈ ਮੁਫਤ ਤੇ ਨਾਲ ਦੀ ਨਾਲ ਉੱਥੋਂ ਸਾੜੀ ਲਿਆਉਣ ਲਈ ਸਸਤੀਆਂ ਵਾਲੀਆਂ ਉਹਨਾਂ ਲਈ। ਅਗਲਾ, ਹਾਊ ਮੈਨੀ ਪੀਪਲ ਵਰ देयर ਔਨ ਦ ਇੰਟਰਵਿਊ ਪੈਨਲ? ਜੋ ਲੋਕ ਇੰਟਰਵਿਊ ਲੈ ਰਹੇ ਸੀ ਉਸ ਪੈਨਲ ਦੇ ਵਿੱਚ, ਉਸ ਗਰੁੱਪ ਦੇ ਵਿੱਚ ਕਿੰਨੇ ਬੰਦੇ ਸੀ? ਵਾਟ ਡਿਡ ਦੀ ਆਥਰ ਰਿਅਲਾਈਜ਼? ਤੇ ਉੱਥੇ ਜਾ ਕੇ ਆਥਰ ਨੂੰ, ਲੇਖਕ ਨੂੰ ਕੀ ਅਹਿਸਾਸ ਹੋਇਆ? There were 6 people on the interview panel. Interview panel ਜਿਹੜਾ ਸੀ ਉੱਥੇ 6 ਬੰਦੇ ਸੀ ਉਹਨਾਂ ਦਾ ਇੰਟਰਵਿਊ ਲੈ ਰਹੇ ਸੀ। Then the author realized that it was a serious business. ਤਾਂ ਉਹਨਾਂ ਨੂੰ ਰਿਅਲਾਈਜ਼ ਹੋਇਆ ਵੀ ਇਹ ਮਖੌਲ 'ਚ ਮੈਂ ਆ ਤਾਂ ਗਈ ਪਰ ਹੈ ਸੀਰੀਅਸ ਗੱਲ, ਵੀ ਇਹ ਸੱਚੀ ਬੈਠ ਕੇ ਇੰਟਰਵਿਊ ਲੈਣਗੇ। So before the interview, Sudha told the panel that she hoped that it was only a technical interview. ਤੇ ਇਸੇ ਕਰਕੇ ਇੰਟਰਵਿਊ ਸ਼ੁਰੂ ਹੋਣ ਤੋਂ ਪਹਿਲਾਂ ਉਹਨਾਂ ਨੇ ਪਹਿਲਾਂ ਪੁੱਛ ਲਿਆ ਸੀ ਪੜ੍ਹਾਈ ਲਿਖਾਈ ਦੇ ਸਵਾਲ ਹੀ ਪੁੱਛੋਗੇ ਨਾ। The interview panel asked the author technical questions only. ਤੇ ਜਿਹੜਾ ਪੈਨਲ ਸੀ, ਬੰਦੇ ਸੀ, ਉਹਨਾਂ ਨੇ ਵੀ ਉਹਨਾਂ ਨੂੰ ਸਿਰਫ technical questions ਪੁੱਛੇ। 9ਵਾਂ ਸਵਾਲ, what did Sudha tell the panel before the interview? ਇੰਟਰਵਿਊ ਸ਼ੁਰੂ ਹੋਣ ਤੋਂ ਪਹਿਲਾਂ ਸੁਧਾ ਜੀ ਨੇ ਉਹਨਾਂ ਨੂੰ ਕੀ ਦੱਸਿਆ ਸੀ? When Sudha went for the interview at Telco's Pune office, she saw there were 6 people on the panel. Then the author realized that it was a serious business. So before the interview, Sudha told the panel that she hoped it was only a technical interview. जब सुधा जी इंटरव्यू ਲਈ ਟੈਲਕੋ ਆਫਿਸ ਪਹੁੰਚ ਗਈ ਪੂਨੇ ਤਾਂ ਉਹਨਾਂ ਨੇ ਦੇਖਿਆ ਵੀ 6 ਬੰਦੇ ਬੈਠੇ ਇੱਥੇ ਤਾਂ ਇੰਟਰਵਿਊ ਲੈਣ ਲਈ। ਉਹਨਾਂ ਨੂੰ ਲੱਗਿਆ ਵੀ ਬੇਇੱਜ਼ਤੀ ਨਾ ਹੋ ਜਾਏ, ਕੁਝ ਕਹਿ ਹੀ ਨਾ ਦੇਣ, ਤਾਂ ਇਸੇ ਕਰਕੇ ਉਹਨਾਂ ਨੂੰ ਇਹ ਲੱਗਿਆ ਵੀ ਹਾਂ ਕੰਮ ਤਾਂ ਸੀਰੀਅਸ ਹੈ। ਪਰ ਇੰਟਰਵਿਊ ਸ਼ੁਰੂ ਹੋਣ ਤੋਂ ਪਹਿਲਾਂ ਉਹਨਾਂ ਨੇ ਬੜੇ ਰੂਡਲੀ ਪੁੱਛਿਆ ਵੀ ਮੈਂ ਉਮੀਦ ਕਰਦੀ ਹਾਂ ਤੁਸੀਂ ਅਕੈਡਮਿਕ ਯਾਨੀ ਪੜ੍ਹਾਈ ਲਿਖਾਈ ਤੋਂ ਰਿਲੇਟਡ ਟੈਕਨੀਕਲ ਸਵਾਲ ਹੀ ਪੁੱਛੋਗੇ ਵੀ ਇਹ ਕਿੱਦਾਂ ਮਸ਼ੀਨ ਚੱਲਦੀ ਹੈ ਉਹ ਸਾਰੇ। 10ਵਾਂ ਸਵਾਲ, what type of questions was the author asked by the interview panel? ਜਿਹੜੇ ਇੰਟਰਵਿਊ ਲੈ ਰਹੇ ਸੀ ਉਹਨਾਂ ਨੇ ਆਥਰ ਤੋਂ ਕਿਹੇ ਜਿਹੇ ਸਵਾਲ ਪੁੱਛੇ? The panel asked Sudha technical questions only. ਉਹਨਾਂ ਨੇ ਸਿਰਫ ਟੈਕਨੀਕਲ ਕੁਐਸਚਨਸ ਹੀ ਪੁੱਛੇ। One of the 6 people on the interview panel was an elderly gentleman. ਤੇ ਪੈਨਲ ਦੇ ਵਿੱਚ ਇੱਕ ਜਿਹੜੇ ਬੰਦੇ ਸੀ ਉਹ ਕਾਫੀ ਬਜ਼ੁਰਗ, ਇੱਕ ਜੈਂਟਲਮੈਨ ਸੀ, ਵਧੀਆ ਬੰਦੇ ਸੀ, ਸਾਰੇ ਵਧੀਆ ਸੀ ਪਰ ਉਹ ਬਜ਼ੁਰਗ ਜਿਹੜੇ ਸੀਗੇ। he talked to Sudha very affectionately. ਤੇ ਉਹਨਾਂ ਨੇ ਸੁਧਾ ਜੀ ਨਾਲ ਬੜੇ ਪਿਆਰ ਨਾਲ ਗੱਲ ਕੀਤੀ, ਇੱਜ਼ਤ ਨਾਲ। he told her why they had said lady candidates need not apply. ਤੇ ਉਹਨਾਂ ਨੂੰ ਸਮਝਾਇਆ ਵੀ ਅਸੀਂ ਕਿਉਂ ਲਿਖਿਆ ਸੀ ਵੀ ਕੁੜੀਆਂ ਨਾ ਅਪਲਾਈ ਕਰਨ ਨੌਕਰੀ ਲਈ। he told her that they had never employed any ladies on the shop floor of the company. ਤੇ ਉਹਨਾਂ ਨੂੰ ਸਮਝਾਇਆ ਵੀ ਉਹਨਾਂ ਨੇ ਕਦੀ ਵੀ ਕੁੜੀਆਂ ਨੂੰ, ਔਰਤਾਂ ਨੂੰ ਫੈਕਟਰੀ ਦੇ ਵਿੱਚ ਜਿੱਥੇ ਪ੍ਰੋਡਕਸ਼ਨ ਹੁੰਦੀ ਹੈ ਉੱਥੇ ਕਦੇ ਇੰਗੇਜ ਹੀ ਨਹੀਂ ਕੀਤਾ, ਰੱਖਿਆ ਹੀ ਨਹੀਂ।
वो कहते दिस इज नॉट अ कोएड कॉलेज, दिस इज अ फैक्ट्री ही सेड। तो उन्होंने ये किया भी ये कॉलेज नहीं है, ये फैक्ट्री है, काम करना पैना है। 11th question, when did Sudha first see Mr. J.R.D. Tata? सुधा जी ने सब तो पहली बार J.R.D. टाटा जी ਨੂੰ कद देखिया? Answer, after joining Telco, Sudha did not get a chance to meet him till she was transferred to Mumbai. मुंबई ਦੀ ਥਾਂ ਤੇ ਤੁਸੀਂ ਬੰਬੇ ਵੀ ਲਿਖ ਸਕਦੇ ਹੋ। One day she went to the chairman's office. Suddenly, Mr. J.R.D. too came there. It was the first time that she met Mr. J.R.D. Tata. ਤੇ ਕਹਿੰਦੇ ਜਦ ਤੱਕ ਉਹਨਾਂ ਦੀ ਬੰਬੇ ਮੁੰਬਈ ਟ੍ਰਾਂਸਫਰ ਨਹੀਂ ਹੋਈ ਸੀ ਉਦੋਂ ਤੱਕ ਉਹ ਨਹੀਂ ਮਿਲੇ ਸੀ JRD ਟਾਟਾ ਨੂੰ। ਤੇ ਇੱਕ ਵਾਰ ਦੀ ਗੱਲ ਹੈ ਜਦ ਚੇਅਰਮੈਨ ਦੇ ਆਫਿਸ ਦੇ ਵਿੱਚ ਮੂਲ ਗੋਆਂਕਰ ਦੇ ਆਫਿਸ ਦੇ ਵਿੱਚ ਉਹ ਬੈਠੇ ਸੀ, ਮੀਟਿੰਗ ਕਰ ਰਹੇ ਸੀ, ਰਿਪੋਰਟਸ ਦਿਖਾ ਰਹੇ ਸੀ, ਉੱਥੇ ਅਚਾਨਕ JRD ਆ ਗਏ ਤੇ ਉਹ ਪਹਿਲੀ ਮੁਲਾਕਾਤ ਸੀ ਉਹਨਾਂ ਦੀ ਉੱਥੇ ਉਹਨਾਂ ਨਾਲ। ਅਗਲਾ ਕੁਐਸਚਨ, what did Sumant ਮੂਲ ਗੋਆਂਕਰ tell Mr. JRD about Sudha? ਜਿਹੜੇ ਚੇਅਰਮੈਨ ਸੀ ਮੂਲ ਗੋਆਂਕਰ ਉਹਨਾਂ ਨੇ JRD ਜੀ ਨੂੰ ਸੁਧਾ ਜੀ ਬਾਰੇ ਕੀ ਦੱਸਿਆ? One day Sudha had to show some reports to the chairman, Mr. Mool Gaonkar. When she went to the office, suddenly Mr. JRD too came there. It was the first time that she met Mr. JRD Tata. Mr. Mool Gaonkar introduced her to Mr. JRD, saying she is the first woman to work on the telco's shop floor. ਤੇ ਕਹਿੰਦੇ ਇੱਕ ਵਾਰ ਜਦ ਸੁਧਾ ਜੀ ਰਿਪੋਰਟਸ ਦਿਖਾਣ ਆਈ ਸੀ ਚੇਅਰਮੈਨ ਨੂੰ ਤਾਂ ਉਹਨਾਂ ਦੇ ਆਫਿਸ ਗਏ ਤੇ ਅਚਾਨਕ ਉੱਥੇ JRD ਜੀ ਵੀ ਆ ਗਏ। ਪਹਿਲੀ ਵਾਰ ਸੀ ਜਦੋਂ JRD ਜੀ ਨੂੰ ਮਿਲੀ ਸੀ ਤੇ ਮੂਲ ਗੋਆਂਕਰ ਜੀ ਨੇ ਉਹਨਾਂ ਨੂੰ ਇੰਟਰੋਡਿਊਸ ਕੀਤਾ ਸੀ, ਉਹਨਾਂ ਬਾਰੇ ਦੱਸਿਆ ਸੀ JRD ਜੀ ਨੂੰ ਵੀ ਇਹ ਪਹਿਲੀ ਔਰਤ ਹੈ, ਲੇਡੀ ਹੈ ਜਿਹੜੀ ਕੰਮ ਕਰ ਰਹੀ ਹੈ ਟੈਲਕੋਸ ਸ਼ਾਪ ਫਲੋਰ ਤੇ, ਯਾਨੀ ਜਿੱਥੇ ਸਮਾਨ ਬਣਦਾ ਹੈ, ਜਿੱਥੇ ਪ੍ਰੋਡਕਸ਼ਨ ਹੁੰਦੀ। ਅਗਲਾ, how many girls are now studying in engineering colleges? ਅੱਜ ਦੀ ਡੇਟ ਦੇ ਵਿੱਚ ਕਿੰਨੀਆਂ ਕੁੜੀਆਂ ਇੰਜੀਨੀਅਰਿੰਗ ਕਾਲਜਸ ਦੇ ਵਿੱਚ ਪੜ੍ਹ ਰਹੀਆਂ ਨੇ? In 1974, when Sudha Murthy was pursuing her M.Tech course at Indian Institute of Science in Bangalore, very few girls took engineering as their career. It was so because girls were not given jobs of engineers in the companies. But today, nearly 50% of the students in engineering colleges are girls. ਕਹਿੰਦੇ ਜਦ 1974 ਦੀ ਗੱਲ ਕਰੀਏ, ਜਦ ਸੁਧਾ ਜੀ M.Tech ਕਰ ਰਹੇ ਸੀ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਬੈਂਗਲੌਰ ਤੋਂ, ਉਸ ਟਾਈਮ ਤੇ ਬਹੁਤ ਘੱਟ ਕੁੜੀਆਂ ਸੀ ਜਿਹੜੀ ਇੰਜੀਨੀਅਰਿੰਗ ਕਰਦੀਆਂ ਸੀ ਜਾਂ ਇੰਜੀਨੀਅਰਿੰਗ ਨੂੰ ਐਜ਼ ਅ ਕਰੀਅਰ ਚੂਜ਼ ਕਰਦੀਆਂ ਸੀ, ਕਿਉਂਕਿ ਇੰਜੀਨੀਅਰਿੰਗ ਦੇ ਵਿੱਚ ਉਹਨਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਜਾਂਦੀਆਂ ਸੀ। ਠੀਕ ਹੈ ਨਾ। ਤੇ ਅੱਜ ਦੀ ਗੱਲ ਕਰੀਏ ਤਾਂ ਆਲਮੋਸਟ ਇੰਜੀਨੀਅਰਿੰਗ ਕਾਲਜ ਦੇ ਵਿੱਚ 50% ਜਿਹੜੇ ਬੱਚੇ ਹੈਗੇ ਨੇ ਉਹਨਾਂ ਵਿੱਚੋਂ ਕੁੜੀਆਂ ਹੈਗੀਆਂ ਨੇ। ਅਗਲਾ, What would the author want from her life if time stops? ਜੇ ਸਮਾਂ ਰੁਕ ਜਾਂਦਾ ਹੈ ਤਾਂ ਲੇਖਕ ਆਪਣੀ ਜ਼ਿੰਦਗੀ ਤੋਂ ਕੀ ਚਾਹੁੰਦੇ ਨੇ? Sudha Murthy was greatly impressed by Mr. J.R.D. Tata, the owner of very famous automobile company Telco, now Tata Motors. Sudha says that if time stops and asks her what she wants from life, she would say she wishes Mr. Tata was alive today. He would have been very happy to see his company having made so much progress. So ਕਹਿੰਦੀ ਜੇ ਮੇਰੇ ਤੋਂ ਪੁੱਛੋ, ਮੈਂ ਬਹੁਤ ਉਹ ਸੁਧਾ ਜੀ ਐਕਚੁਅਲੀ ਬਹੁਤ ਇੰਪ੍ਰੈਸ ਸੀ JRD ਟਾਟਾ ਤੋਂ, ਜਿਹੜੇ ਬਹੁਤ ਫੇਮਸ ਗੱਡੀਆਂ ਦੀ ਕੰਪਨੀ ਦੇ ਮਾਲਕ ਸੀ, ਟੈਲਕੋ ਜਿਹਨੂੰ ਆਪਾਂ ਕਹਿ ਸਕਦੇ ਹਾਂ ਟਾਟਾ ਮੋਟਰਸ ਦੇ। ਤੇ ਕਹਿੰਦੀ ਜੇ ਸਮਾਂ ਰੁਕ ਜਾਂਦਾ ਹੈ ਤੇ ਮੈਨੂੰ ਸਵਾਲ ਪੁੱਛਿਆ ਜਾਏ ਮੈਂ ਜ਼ਿੰਦਗੀ ਤੋਂ ਕੀ ਚਾਹੁੰਦੀ ਹਾਂ ਤਾਂ ਮੈਂ ਇਹੀ ਚਾਹਾਂਗੀ ਕਿ ਕਾਸ਼ ਟਾਟਾ ਜੀ ਜਿੰਦੇ ਹੁੰਦੇ, ਅੱਜ ਅਲਾਈਵ ਹੁੰਦੇ ਤਾਂ ਉਹ ਬਹੁਤ ਖੁਸ਼ ਹੁੰਦੇ ਦੇਖ ਕੇ ਵੀ ਉਹਨਾਂ ਦੀ ਜਿਹੜੀ ਕੰਪਨੀ ਹੈ ਜੋ ਉਹਨਾਂ ਨੇ ਸ਼ੁਰੂ ਕੀਤੀ ਸੀ ਉਹ ਕਿੱਥੇ ਕਿਹੜੀ ਉਚਾਈਆਂ ਤੱਕ ਪਹੁੰਚ ਗਈ। ਅੱਗੇ ਹੈਗੇ ਨੇ ਲੌਂਗ ਆਨਸਰ ਟਾਈਪ ਕੁਐਸਚਨਸ। ਪਹਿਲਾ ਸਵਾਲ, ਡਿਸਕ੍ਰਾਈਬ ਸੁਧਾ's ਲਾਈਫ ਐਜ਼ ਅ ਸਟੂਡੈਂਟ ਐਟ ਦ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਬੈਂਗਲੌਰ। ਸੁਧਾ ਜੀ ਦੀ ਇੱਕ ਛਾਤਰ ਦੇ ਤੌਰ ਤੇ ਜਿਹੜੀ ਜ਼ਿੰਦਗੀ ਹੈ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਬੈਂਗਲੌਰ ਚ ਉਹ ਕਿਹੇ ਜੀ ਸੀ? Sudha was doing her master's course in computer science at Indian Institute of Science in Bangalore. At that time, this institute was known as Tata Institute. It was a co-ed college. Sudha stayed at the ladies' hostel in Bangalore. Sudha was a bright student. ਇਹ ਦੱਸਿਆ ਗਿਆ ਵੀ ਉਸ ਟਾਈਮ ਤੇ ਉਹ ਕੰਪਿਊਟਰ ਸਾਇੰਸ ਕਰ ਰਹੇ ਸੀ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਜਿਹੜਾ ਬੈਂਗਲੌਰ 'ਚ ਹੈ। ਤੇ ਉਸ ਟਾਈਮ ਤੇ ਇਸ ਕਾਲਜ ਦਾ ਨਾਮ ਟਾਟਾ ਇੰਸਟੀਚਿਊਟ ਸੀ ਕਿਉਂਕਿ ਟਾਟਾ ਵਾਲਿਆਂ ਨੇ ਸਥਾਪਿਤ ਕੀਤਾ ਸੀ ਤੇ ਇੱਕ ਕੋਐਡ ਕਾਲਜ ਸੀ। ਕੋਐਡ ਯਾਨੀ ਕੁੜੀਆਂ ਤੇ ਮੁੰਡੇ ਪੜ ਸਕਦੇ ਆ ਜਿੱਥੇ। ਤੇ ਸੁਧਾ ਜੀ ਉੱਥੇ ਲੇਡੀਜ਼ ਹੌਸਟਲ ਦੇ ਵਿੱਚ ਰਹਿ ਰਹੇ ਸੀ ਬੈਂਗਲੌਰ ਦੇ ਵਿੱਚ ਤੇ ਬਹੁਤ ਬ੍ਰਾਈਟ, ਮਤਲਬ ਆਪਾਂ ਕਹਿ ਸਕਦੇ ਹਾਂ ਹੁਸ਼ਿਆਰ ਬੱਚੇ ਸੀ।
She was the only girl in her postgraduate department. Other girls in the institute were pursuing research in different departments of science. Sudha was very bold and idealistic. Her life was full of fun and joy. तो कहंदे अपने पोस्ट ग्रेजुएट विभाग ਦੇ ਵਿੱਚ ਇਕਲੌਤੀ ਕੁੜੀ ਸੀ। ਸੰਸਥਾ ਦੀਆਂ ਹੋਰ ਕੁੜੀਆਂ ਵਿਗਿਆਨ ਦੇ ਵੱਖ-ਵੱਖ ਵਿਭਾਗਾਂ ਵਿੱਚ ਖੋਜ ਕਰ ਰਹੀਆਂ ਸੀ। ਸੁਧਾ ਬਹੁਤ ਹੀ ਆਪਾਂ ਕਹਿ ਸਕਦੇ ਹਾਂ ਦਲੇਰ ਤੇ ਆਦਰਸ਼ਵਾਦੀ ਸੀ ਤੇ ਉਹ ਜ਼ਿੰਦਗੀ ਦੇ ਬਹੁਤ ਮौज ਮਸਤੀ ਨਾਲ ਜੀ ਰਹੀ ਸੀ ਜਾਂ ਉਹਨਾਂ ਦੀ ਜ਼ਿੰਦਗੀ ਮौज ਮਸਤੀ ਨਾਲ ਭਰੀ ਹੋਈ ਸੀ। She did not know what helplessness or injustice meant till she came to know about the gender bias prevalent in the society. ਤੇ ਜਦੋਂ ਤੱਕ ਉਹਨਾਂ ਨੂੰ ਸਮਾਜ ਵਿੱਚ ਪ੍ਰਚਲਿਤ ਲਿੰਗ ਮਤਲਬ ਕੁੜੀ ਮੁੰਡੇ ਦੇ ਵਿੱਚ ਜਿਹੜਾ ਫਰਕ ਹੁੰਦਾ ਹੈ ਜਦ ਤੱਕ ਉਸ ਬਾਰੇ ਨਹੀਂ ਪਤਾ ਸੀ ਉਦੋਂ ਤੱਕ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਕਿਸ ਤਰੀਕੇ ਦੇ ਨਾਲ ਬੇਇਨਸਾਫੀ ਹੋ ਰਹੀ ਹੈ ਸਮਾਜ ਦੇ ਵਿੱਚ, ਲਾਚਾਰੀ ਆ ਰਹੀ ਹੈ ਸਮਾਜ ਦੇ ਵਿੱਚ, ਉੱਭਰ ਰਹੀ ਹੈ। Her one move against this bias brought a great change in the policy of the famous automobile company named Telco. ਉਹਨਾਂ ਦਾ ਇੱਕ ਕਦਮ ਨੇ ਇੱਕ ਮਸ਼ਹੂਰ ਆਟੋਮੋਬਾਈਲ ਕੰਪਨੀ ਟੈਲਕੋ ਜਾਂ ਟਾਟਾ ਮੋਟਰਸ ਦੀ ਜਿਹੜੀ ਨੀਤੀ ਹੈ ਉਹਦੇ ਵਿੱਚ ਵੱਡਾ ਬਦਲਾਅ ਕੀਤਾ। Telco company started giving work to women also on its shop floor. Production ਦੇ ਵਿੱਚ ਕੁੜੀਆਂ ਨੂੰ ਵੀ ਨੌਕਰੀ ਦੇਣੀ ਸ਼ੁਰੂ ਕਰਤੀ ਸੀ ਇਸ ਕੰਪਨੀ ਨੇ ਕਿਉਂਕਿ ਉਹਨਾਂ ਨੇ ਕੁਐਸਚਨ ਕੀਤਾ ਨੇ ਵੀ ਕੁੜੀਆਂ ਨੂੰ ਕਿਉਂ ਨਹੀਂ ਨੌਕਰੀ ਦੇ ਰਹੇ। Second question, what were Sudha's plans after completing her master's course in computer science? Computer science ਦੇ ਵਿੱਚ ਮਾਸਟਰਸ ਕਰਨ ਤੋਂ ਬਾਅਦ ਉਹਨਾਂ ਦਾ ਕੀ ਪਲਾਨ ਸੀ? Sudha was an intelligent student. She was pursuing her M.Tech course at the Indian Institute of Science in Bangalore. She was in the final year of her M.Tech course. She was the only girl in her postgraduate department. She was very bright at studies. Sudha ji एक बहुत होशियार विद्यार्थी सी। ਉਹ M.Tech कर रही सी Indian Institute of Science Bangalore ਤੇ ਉਹ final year ਦੇ ਵਿੱਚ ਸੀ ਉਸ M.Tech course ਤੇ ਉਹ ਕੱਲੀ ਕੁੜੀ ਸੀ ਉਸ post graduate department ਦੇ ਵਿੱਚ ਤੇ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ। She had always been excellent in academics and in M.Tech. She had done better than most of her male classmates. ਉਹ ਵੈਸੇ ਵੀ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਤੇ M.Tech ਦੇ ਵਿੱਚ ਉਹਨਾਂ ਨੇ ਆਪਣੇ ਨਾਲ ਦੇ ਮੁੰਡਿਆਂ ਨਾਲੋਂ ਬਹੁਤ ਵਧੀਆ ਮਤਲਬ ਪੜ੍ਹਾਈ ਕੀਤੀ ਸੀ, ਵਧੀਆ ਨੰਬਰ ਲੈ ਰਹੀ ਸੀ। She had been offered scholarship from the universities in the United States and she didn't want to take up any job in India. ਤੇ ਉਹਨਾਂ ਨੂੰ scholarship ਵੀ ਮਿਲ ਗਈ ਸੀ US ਦੇ ਵੱਖ-ਵੱਖ colleges ਤੋਂ ਤੇ ਉਹ ਇੰਡੀਆ ਵਿੱਚ job ਨਹੀਂ ਲੈਣਾ ਚਾਹੁੰਦੀ ਸੀ। So after completing her master's course in computer science, she was looking forward to going abroad. ਤੇ computer science ਦੇ ਵਿੱਚ ਆਪਣਾ course ਕਰਨ ਤੋਂ ਬਾਅਦ ਉਹ ਬਾਹਰ ਜਾਣ ਦੇ plan ਸੀ ਉਹਨਾਂ ਦੇ, ਬਾਹਰ US ਜਾਂਦੇ ਜਾਂ ਕਿਤੇ ਹੋਰ ਦੇਸ਼ ਦੇ ਵਿੱਚ ਜਾਂਦੇ। She wanted to go abroad to study for her doctorate in computer science. Computer science ਦੇ ਵਿੱਚ ਹੋਰ ਪੜ੍ਹਾਈ ਕਰਨ ਦੇ ਲਈ ਉਹ ਬਾਹਰ ਜਾਣਾ ਚਾਹੁੰਦੀ ਸੀ। But there was something different in store for her. ਪਰ ਕਿਸਮਤ ਦੇ ਵਿੱਚ ਕੁਝ ਹੋਰ ਹੀ ਲਿਖਿਆ ਸੀ ਉਹਨਾਂ ਦੇ। An incident changed her decision of going abroad for further studies and also started her career there. ਇੱਕ ਛੋਟਾ ਜਿਹਾ ਫੈਸਲਾ ਉਹਨਾਂ ਦੇ ਬਾਹਰ ਜਾਣ ਦੇ ਫੈਸਲੇ ਨੂੰ ਉਹਨੇ ਦਬਾ ਦਿੱਤਾ ਤੇ ਉਹਨਾਂ ਦਾ ਕੈਰੀਅਰ ਸਟਾਰਟ ਹੋ ਗਿਆ। She got a job in the famous automobile company Telco in Pune. ਉਹਨਾਂ ਨੂੰ ਇੱਕ ਨੌਕਰੀ ਮਿਲ ਗਈ ਸੀ ਪੂਨੇ ਦੇ ਵਿੱਚ Telco ਕੰਪਨੀ ਵਿੱਚ। Why did Sudha become angry after reading the job advertisement from the automobile company Telco? Telco ਦਾ ਵਿਗਿਆਪਨ ਪੜ੍ਹਨ ਤੋਂ ਬਾਅਦ ਉਹਨਾਂ ਨੂੰ ਗੁੱਸਾ ਕਿਉਂ ਆਇਆ? There was a small line at the bottom of the job advertisement from the famous company Telco. It said, "Lady candidates need not apply." Sudha was shocked to read this. She was surprised how a company such as Telco was discriminating on the basis of gender. ਇੱਕ ਛੋਟੀ ਜੀ ਲਾਈਨ ਲਿਖੀ ਹੋਈ ਸੀ ਨੌਕਰੀ ਦੇ ਇਸ਼ਤਿਹਾਰ ਦੇ ਵਿੱਚ ਵੀ ਇਹ ਕੁੜੀਆਂ ਲਈ ਜੌਬ ਨਹੀਂ ਹੈਗੀ ਹੈ ਤੇ ਸੁਧਾ ਜੀ ਇਹ ਪੜ੍ਹ ਕੇ ਬੜੀ ਹੈਰਾਨ ਹੋਈ। ਉਹ ਸਰਪ੍ਰਾਈਜ਼ ਸੀ, ਹੈਰਾਨ ਸੀ ਕਿ ਕਿਵੇਂ ਟੈਲਕੋ ਵਰਗੀ ਕੰਪਨੀ ਲਿੰਗ ਦੇ ਆਧਾਰ ਤੇ ਮਤਲਬ ਲੋਕਾਂ ਨੂੰ ਅਲੱਗ ਕਰ ਰਹੀ ਹੈ, ਕੁੜੀ ਮੁੰਡਿਆਂ ਵਿੱਚ ਭੇਦਭਾਵ ਕਰ ਰਹੀ ਹੈ ਨਾ, ਵਿਤਕਰਾ ਕਰ ਰਹੀ ਹੈ। She grew so angry that she decided to write to the topmost person in Telco's management. ਉਹਨਾਂ ਨੂੰ ਇੰਨਾ ਗੁੱਸਾ ਆਇਆ ਕਿ ਉਹਨਾਂ ਨੇ ਟੈਲਕੋ ਦੇ ਜਿਹੜੇ ਸਭ ਤੋਂ topmost management ਦੇ ਬੰਦੇ ਹੈਗੇ ਨੇ ਉਹਨਾਂ ਨੂੰ ਇੱਕ ਲੈਟਰ ਲਿਖਣ ਬਾਰੇ ਸੋਚਿਆ। She wanted to inform him about the injustice being
perpetrated by the company, ਵੀ ਕੰਪਨੀ ਕਿਹੀ ਜੀ ਨਾ ਇਨਸਾਫੀ ਕਰ ਰਹੀ ਹੈ ਉਹਨਾਂ ਨੂੰ ਪਤਾ ਲੱਗ ਜੇ, ਉਸ ਬਾਰੇ ਉਹਨਾਂ ਨੇ ਚਿੱਠੀ ਲਿਖਣ ਬਾਰੇ ਸੋਚਿਆ। She wrote a letter to Mr. J.R.D. Tata expressing her displeasure at the discrimination against women, ਤੇ ਉਹਨਾਂ ਨੇ ਚਿੱਠੀ ਲਿਖੀ J.R.D. Tata ਨੂੰ ਕਿ ਕਿਸ ਤਰੀਕੇ ਨਾਲ ਤੁਹਾਡੀ ਕੰਪਨੀ ਕੁੜੀ ਮੁੰਡੇ ਦੇ ਵਿੱਚ ਕੀ ਕਰ ਰਹੀ ਹੈ, ਭੇਦਭਾਵ ਕਰ ਰਹੀ ਹੈ ਜੋ ਠੀਕ ਨਹੀਂ ਹੈ। She took it as a challenge to apply for the job, ਤੇ ਨੌਕਰੀ ਲਈ ਅਪਲਾਈ ਕਰਨਾ ਉਹਨਾਂ ਨੇ ਇੱਕ ਚੈਲੰਜ ਸਮਝ ਕੇ ਲਿਆ, ਇੱਕ ਚੁਣੌਤੀ ਲਈ, which was not considered applicable for women by telco company, ਵੀ ਕੁੜੀਆਂ ਲਈ ਇਹ ਜੌਬ ਅਵੇਲੇਬਲ ਨਹੀਂ ਸੀ, ਬਟ ਉਹਨਾਂ ਨੇ ਕਿਹਾ ਵੀ ਮੈਂ ਹੁਣ ਇਹ ਚੈਲੰਜ ਸਮਝ ਕੇ ਕਰਾਂਗੀ। ਅਗਲਾ ਸਵਾਲ, what was the reason given by the elderly man for not employing women in telco? telco ਦੇ ਵਿੱਚ ਕੁੜੀਆਂ ਨੂੰ ਨੌਕਰੀ ਨਾ ਦੇਣ ਦਾ ਕੀ ਕਾਰਨ ਦਿੱਤਾ ਉਸ ਬਜ਼ੁਰਗ ਆਦਮੀ ਨੇ ਜਿਹੜੇ ਇੰਟਰਵਿਊ ਲੈ ਰਹੇ ਸੀ ਸੁਧਾ ਜੀ ਦਾ। When Sudha went for the interview at telco's Pune office, there were 6 people on the panel. ਜਦੋਂ ਆਫਿਸ ਪਹੁੰਚੇ ਇੰਟਰਵਿਊ ਦੇਣ ਲਈ ਤਾਂ ਉੱਥੇ 6 ਬੰਦਿਆਂ ਦਾ ਇੱਕ ਪੈਨਲ ਸੀ ਜੋ ਇੰਟਰਵਿਊ ਲੈ ਰਿਹਾ ਸੀ। One of them was an elderly gentleman. He talked to Sudha very affectionately. ਤੇ ਉਹਨਾਂ ਵਿੱਚੋਂ ਇੱਕ ਬਜ਼ੁਰਗ ਜੈਂਟਲਮੈਨ ਸੀ ਜਿਨ੍ਹਾਂ ਨੇ ਬੜੇ ਪਿਆਰ ਦੇ ਨਾਲ, ਹਮਦਰਦੀ ਦੇ ਨਾਲ ਗੱਲ ਕੀਤੀ ਸੁਧਾ ਜੀ ਨਾਲ। He told her why they had said lady candidates need not apply. ਤੇ ਉਹਨਾਂ ਨੇ ਸਮਝਾਇਆ ਵੀ ਅਸੀਂ ਕਿਉਂ ਕਿਹਾ ਵੀ ਕੁੜੀਆਂ ਨਾ ਅਪਲਾਈ ਕਰਨ ਇਸ ਨੌਕਰੀ ਲਈ। He told her that they had never employed any ladies on the shop floor. ਜਿੱਥੇ ਪ੍ਰੋਡਕਸ਼ਨ ਹੁੰਦੀ ਹੈ ਉੱਥੇ ਕੁੜੀਆਂ ਨੂੰ ਅਸੀਂ ਕਦੇ ਨੌਕਰੀ ਨਹੀਂ ਦਿੱਤੀ ਕੰਪਨੀ ਦੇ ਵਿੱਚ। This is not a co-ed college. ਉਹਨਾਂ ਨੇ ਇਹ ਕਿਹਾ ਵੀ ਕੁੜੀ ਮੁੰਡੇ ਦਾ ਕਾਲਜ ਨਹੀਂ ਹੈ, ਇਹ ਫੈਕਟਰੀ ਹੈ, ਕੰਮ ਹੁੰਦਾ ਹੈ ਇੱਥੇ। He said to Sudha Murthy. He appreciated Sudha for being first ranker throughout her academics. ਉਹਨਾਂ ਨੇ ਇਹ ਵੀ ਮੰਨਿਆ ਵੀ ਹਾਂਜੀ ਤੁਸੀਂ ਬਹੁਤ ਸਮਝਦਾਰ, ਹੁਸ਼ਿਆਰ ਹੋ, ਪਹਿਲੇ ਨੰਬਰ ਤੇ ਰਹੇ ਹੋ। That elderly gentleman said to Sudha that bright people like her should work in research laboratories. ਉਹਨਾਂ ਨੂੰ ਇਹ ਵੀ ਕਿਹਾ ਵੀ ਤੁਹਾਡੇ ਵਰਗੇ ਜਿਹੜੇ ਹੁਸ਼ਿਆਰ ਬੱਚੇ ਉਹਨਾਂ ਨੂੰ ਲੈਬੋਰੇਟਰੀਜ਼ 'ਚ ਕੰਮ ਕਰਨਾ ਚਾਹੀਦਾ, ਇੱਥੇ ਫੈਕਟਰੀ ਦੇ ਪ੍ਰੋਡਕਸ਼ਨ ਸੈਂਟਰ ਦੇ ਵਿੱਚ ਨਹੀਂ। When did Sudha come to know who Mr. J.R.D. Tata was? When did she happen to meet him? ਸੁਧਾ ਜੀ ਨੂੰ ਕਦ ਪਤਾ ਲੱਗਿਆ ਵੀ J.R.D. Tata ਕੌਣ ਸੀ ਤੇ ਉਹਨਾਂ ਦੀ ਉਹਨਾਂ ਨਾਲ ਮੁਲਾਕਾਤ ਕਦ ਹੋਈ? It was only after joining telco that Sudha came to know who Mr. J.R.D. Tata was. telco join ਕਰਨ ਤੋਂ ਬਾਅਦ ਹੀ ਉਹਨਾਂ ਨੂੰ ਪਤਾ ਲੱਗਿਆ ਕਿ J.R.D. Tata ਕੌਣ ਸੀ। He was the uncrowned king of Indian industry. ਦੇਖੋ ਇੱਕ ਹੁੰਦਾ ਕਿੰਗ ਜਿਹਦੇ ਸਿਰ ਤੇ ਤਾਜ ਹੁੰਦਾ, ਪਤਾ ਲੱਗ ਜਾਂਦਾ ਵੀ ਇਹ ਰਾਜਾ, ਪਰ ਉਹਨਾਂ ਨੇ ਇੰਨਾ ਕੰਮ ਕੀਤਾ ਸੀ ਫਿਰ ਵੀ ਉਹਨਾਂ ਦੇ ਸਿਰ ਤੇ ਤਾਜ ਨਹੀਂ ਸੀ, ਬਟ ਅਸਲ ਦੇ ਵਿੱਚ ਉਹ ਰਾਜਾ ਸੀ ਇੰਡੀਆ ਦੇ ਫੈਕਟਰੀਜ਼ ਦੇ, ਇੰਡਸਟਰੀਜ਼ ਦੇ। However, she did not get to meet him till she was transferred to Bombay. ਜਦੋਂ ਤੱਕ ਉਹਨਾਂ ਦੀ ਬੰਬੇ ਟ੍ਰਾਂਸਫਰ ਨਹੀਂ ਹੋਈ ਸੀ ਉਦੋਂ ਤੱਕ ਉਹ ਮਿਲੇ ਨਹੀਂ ਸੀ ਉਹਨਾਂ ਨੂੰ। One day she went to the chairman's office to show some reports. ਇੱਕ ਦਿਨ ਉਹ ਚੇਅਰਮੈਨ ਦੇ ਆਫਿਸ ਟੈਲਕੋ ਦੇ ਗਏ ਬੰਬੇ ਦੇ ਵਿੱਚ ਕੁਝ ਰਿਪੋਰਟਸ ਦਿਖਾਣ। Mr. Mool Gaonkar was the chairman of the company. When Sudha was showing Mr. Mulgaonkar the reports, suddenly Mr. J.R.D. too came there. ਜਦੋਂ reports ਦਿਖਾ ਰਹੀ ਸੀ ਆਪਣੇ chairman ਨੂੰ ਤਾਂ J.R.D. ਉੱਥੇ ਆ ਗਏ। It was the first time that she met Mr. J.R.D. Tata. On seeing Mr. J.R.D. Tata all of a sudden before her, Sudha became very nervous remembering her postcard episode. ਤੇ ਜਦੋਂ ਉਹਨਾਂ ਨੇ ਇੱਕਦਮ J.R.D. ਜੀ ਨੂੰ ਦੇਖਿਆ ਉਹ ਬੜੀ ਘਬਰਾ ਗਈ, ਉਹਨਾਂ ਨੂੰ ਉਹ postcard ਦਾ ਐਪੀਸੋਡ ਯਾਦ ਆ ਗਿਆ। But Mr. Mulgaonkar introduced her very nicely to Mr. J.R.D. Tata. But ਜਿਹੜੇ chairman ਸੀ ਉਹਨਾਂ ਨੇ ਬੜੇ ਤਹਿਜ਼ੀਬ ਨਾਲ ਉਹਨਾਂ ਨੂੰ introduce ਕੀਤਾ J.R.D. Tata ਨੂੰ ਤੇ ਉਹਨਾਂ ਨੇ ਕਿਹਾ ਜੇ, ਉਹ ਪਿਆਰ ਨਾਲ ਜੇ ਕਹਿ ਕੇ ਬੁਲਾਉਂਦੇ ਸੀ J.R.D. ਨੂੰ। This young woman is an engineer. ਵੀ ਇੱਕ engineer ਹੈ and that to a post graduate, ਮਤਲਬ ਡਿਗਰੀ ਨਹੀਂ ਕੀਤੀ, ਅੱਗੇ ਵੀ ਪੜ੍ਹਾਈ ਕੀਤੀ engineering ਦੇ ਵਿੱਚ। She is the first woman to work on the telco shop floor. ਇਹ ਪਹਿਲੀ ਔਰਤ ਹੈ ਜੋ ਟੈਲਕੋ ਦੇ ਕੰਪਨੀ ਦੇ ਸ਼ਾਪ ਫਲੋਰ ਯਾਨੀ ਜਿੱਥੇ ਪ੍ਰੋਡਕਸ਼ਨ ਹੁੰਦੀ ਹੈ ਉੱਥੇ ਕੰਮ ਕਰਨ ਵਾਲੀ ਇਹ ਪਹਿਲੀ ਔਰਤ ਹੈ, ਮਤਲਬ ਇਹਨਾਂ ਨੇ ਨੀਂਵ ਰੱਖੀ, ਆਪਾਂ ਇਹ ਕਹਿ ਸਕਦੇ ਹਾਂ। ਅੱਗੇ ਸਾਨੂੰ ਵੋਕੈਬਲਰੀ ਕਰਨ ਲਈ ਕਿਹਾ ਯਾਨੀ ਮੈਚ ਕਰਨਾ ਹੈ। ਓਪਰਚੁਨਿਟੀ ਦਾ ਕੀ ਮਤਲਬ ਹੁੰਦਾ ਹੈ? ਓਪਰਚੁਨਿਟੀ ਦਾ ਮਤਲਬ ਹੁੰਦਾ ਹੈ ਚਾਂਸ, ਮੌਕਾ। ਬਾਇਸ ਦਾ ਮਤਲਬ ਹੁੰਦਾ ਹੈ ਪ੍ਰੈਜੁਡਿਸ, ਤੁਹਾਡੇ ਦਿਮਾਗ 'ਚ ਪਹਿਲਾਂ ਹੀ ਹੋ ਜਾਂਦਾ ਵੀ ਇਹ ਤਾਂ ਇਦਾਂ ਹੀ ਕਰੂਗਾ। ਪਰਸਿਊ ਕਰਨਾ, ਕਿਸੇ ਚੀਜ਼ ਨੂੰ ਕੰਟੀਨਿਊ ਕਰਨਾ। एकेडमिक का मतलब एजुकेशन, पढ़ाई। फॉर्चुनेटली, लकीली, किस्मत नाल। अफेक्शनेट,
loving जो बहुत प्यार वाला हुंदा है, scared कहने दा मतलब afraid, nervous ਦਾ मतलब ਹੁੰਦਾ ਹੈ anxious जब ਤੁਸੀਂ घबराए हुए ਹੁੰਦੇ ਹੋ, segment part या कोई हिस्सा, impolite rude, form nouns from the following words, ਇਹਨਾਂ ਤੋਂ ਆਪਾਂ nouns ਬਣਾਣੇ, long ਦਾ noun ਹੋਏਗਾ length, know ਦਾ ਹੋਏਗਾ knowledge, apply ਦੇ ਲਈ application, decide ਦਾ ਹੋ ਜਾਏਗਾ decision, collect collection, advertise advertisement, receive receipt, affectionate affection, marry marriage, young youth। आगे ग्रामर एक्सरसाइज हैगी है, fill in the blanks with suitable prepositions। preposition जब कोई किसी चीज दे मतलब आप कह सकते हैं थां दसे, लोकेशन दसे। life is full of fun and joy, जिंदगी खुशी नाल भरपूर हैगी है। I was looking forward to going abroad, मैं बाहर जान बारे सोच रही सी। She saw an advertisement on the notice board, ते उन्होंने एक advertisement देखी। Sudha fell in love with the beautiful city, उन्होंने बहुत सोहने शहर नाल प्यार हो गया। She had done better than most of her male peers, मतलब अपने नाल दे ਜਿਹੜੇ ਮੁੰਡੇ ਸੀ ਉਹਨਾਂ ਨਾਲੋਂ ਕਾਫੀ ਬਿਹਤਰ ਕੰਮ ਕਰ ਰਹੀ ਸੀ। ਹੁਣ ਇੱਥੇ verbs ਪੜਨੇ, the workers dash on strike, present perfect tense पढ़ना है, have gone, children dash in the park, present continuous tense जो हो रहा है, are playing। ये tenses बारे थानू जो वीडियो चाहिए मैंने जरूर दस्यो, मैं explain कर दांगी tenses। hard work brings success, simple present tense ਦੇ ਵਿੱਚ। he had reached the ground before the match started। she future ਦੇ ਵਿੱਚ continuous ਦੇ ਵਿੱਚ will be staying। ਅੱਗੇ use each of the following words as a noun and a verb। noun ਤੇ verb ਦੇ ਤੌਰ ਤੇ use ਕਰਨਾ ਹੈ। ਜਿਵੇਂ book ਦੀ ਗੱਲ ਕਰੀਏ, ਜੇ noun ਦੇ ਤੌਰ ਤੇ use ਕਰਾਂ I have read this book, ਮੈਂ ਕਿਤਾਬ ਪੜ੍ਹੀ ਹੈ। verb ਦੇ ਤੌਰ ਤੇ ਕਰਾਂ have you booked your passage to London, ਕਿ ਤੁਸੀਂ book ਕਰ ਲਿਆ मतलब booking कर ली। challenge noun ਦੇ ਤੌਰ ਤੇ the role of Milkha Singh was the biggest challenge for his acting career। मिल्खा सिंह का रोल काफी बड़ा चैलेंज सी। ते वर्ब के तौर पे मोहन challenged me to a game of chess, भी chess खेल लो ओदे लिए challenge कीता। interview noun दे तौर पे यूज करिए he has interview next week for the manager's job। जे verb दे तौर पे which post are you being interviewed for। iron noun दे तौर पे यूज करिए iron is a useful metal। verb दे तौर पे यूज करिए iron your clothes। change noun दे तौर पे यूज करिए change is the law of nature, कुदरत का law है change करना। verb he has changed his program, उन्हें अपना प्रोग्राम चेंज कर लिया। आगे चौथा पार्ट practice in spoken English, key to phonetic symbols। पहला वर्ड get, join, thin, ship, yes, train, long, then, measure, weep, part, root, play, boy, bit, hot, but, go, hair, pet, coat, bird, buy, pair, bat, put, away, cow, poor। आगे के है say the following words aloud। beat, bit, pull, pull, leave, live, full, full, sleep, slip, suit, suit, heap, hip,
fill, would, would. B. Say the following words aloud as the teacher says them. Clerk, mess, calf, canal, wool, ghost, H silent, heart, lamb, B silent, lose, debt, B silent. आई होप थानू ये बोलने समझ आ गए होंगे। जे वीडियो बढ़िया लगी तो चैनल ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਆਪਾਂ ਫਿਰ ਮਿਲਾਂਗੇ। Till then, take care. Bye bye.